Minister of Jobs and Economic Recovery. Thank you, Honourable Speaker. I thought you were going to make me wait all the way to the end, so I appreciate that. I would like to welcome today to the precinct Red FM. Red FM, everyone I think knows Red FM and the significant role they play in helping deliver important messages to the South Asian community. It's quite significant given the history of this place to have Red FM broadcasting for the first time ever live here in these chambers. So can we all please welcome Kawinder Sanghera, the owner, Harjinder Thind, the host, Pooja Sekon, Program Director, Nick Chawla, the Technical Director, and Kunar Kela, the assistant producer. Can the House please join me in welcoming them here today? ਤੁਸੀਂ ਸ਼ਾਮਿਲ ਹੋ ਹਰਜਿੰਦਰ ਸਿੰਘ ਸ਼ੋ 93.1 ਰੈਡ FM ਤੇ। ਅੱਜ ਬੜਾ ਹਿਸਟੋਰੀਕਲ ਦਿਨ ਹੈ ਸਾਡੇ ਸਾਰੇ ਭਾਈਚਾਰੇ ਸਾਊਥ ਏਸ਼ੀਅਨ ਲੋਕਾਂ ਲਈ ਕਿ ਪਹਿਲਾ ਸਾਊਥ ਏਸ਼ੀਅਨ ਰੇਡੀਓ ਰੈਡ FM ਦਾ ਇਹ ਪ੍ਰੋਗਰਾਮ ਹਰਜਿੰਦਰ ਥਿੰਦ ਸ਼ੋ ਪੰਜਾਬੀ ਦੇ ਵਿੱਚ ਇਹ BC ਦੀ ਵਿਧਾਨ ਸਭਾ ਦੇ ਵਿੱਚੋਂ ਪ੍ਰਸਾਰਿਤ ਹੋ ਰਿਹਾ ਹੈ। ਪਹਿਲਾਂ ਇਸ ਤਰ੍ਹਾਂ ਕਦੇ ਹੋਇਆ ਨਹੀਂ। ਹਿਸਟਰੀਜ਼ ਇਨ ਦ ਮੇਕਿੰਗ। ਅੱਜ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਜੀ ਆਉਣਗੇ ਅਤੇ ਇਸ ਵਿਧਾਨ ਸਭਾ ਦੇ ਬਾਰੇ ਵੀ ਗੱਲਬਾਤ ਕਰਨਗੇ। ਬਹੁਤ ਸਾਰੇ ਮੰਤਰੀ, ਬਹੁਤ ਸਾਰੇ ਜਿਹੜੇ MLAs ਨੇ ਵੱਖ-ਵੱਖ ਪਾਰਟੀਆਂ ਦੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਸਭ ਤੋਂ ਪਹਿਲਾਂ ਜਿਹੜੀ ਪ੍ਰਥਮ ਸਾਡੀ ਫਰਸਟ ਇੰਟਰਵਿਊ ਹੈ ਉਹ ਇਸ ਵਿਧਾਨ ਸਭਾ ਦੇ ਸਪੀਕਰ ਆਨਰੇਬਲ ਰਾਜ ਚੌਹਾਨ ਸਾਹਿਬ ਨਾਲ ਹੋਏਗੀ। ਸਪੀਕਰ ਦਾ ਇੱਕ ਖਾਸ ਰੋਲ ਹੈ ਵਿਧਾਨ ਸਭਾ ਦੇ ਵਿੱਚ, ਤੁਸੀਂ ਭਲੀ ਭਾਂਤ ਸਮਝਦੇ ਹੋ। ਔਰ ਸਾਊਥ ਏਸ਼ੀਅਨ ਮੂਲ ਦੇ ਨਹੀਂ ਸਗੋਂ ਸਾਡੇ ਇਸ ਖਿੱਤੇ ਦੇ ਵਿੱਚ ਉੱਤਰੀ ਅਮਰੀਕਾ ਦੇ ਵਿੱਚ ਪਹਿਲੇ ਪੰਜਾਬੀ ਕਿਸੇ ਭਾਰਤੀ ਵੱਲੋਂ ਇਸ ਪੋਜੀਸ਼ਨ ਤੇ ਬੈਠਣਾ, ਸਪੀਕਰ ਦੀ ਕੁਰਸੀ ਤੇ ਬੈਠਣਾ ਇਹਨਾਂ ਦੇ ਹਿੱਸੇ ਆਇਆ ਹੈ। ਇਹ ਬਰਨਵੀ ਦੇ MLA ਹਨ ਤੇ ਬਾਰ-ਬਾਰ ਜਿੱਤਦੇ ਰਹੇ ਨੇ, ਲੇਕਿਨ ਮਜ਼ਦੂਰਾਂ ਦੀ ਬਾਂਹ ਫੜਨ ਵਾਲੇ, ਫਾਰਮ ਵਰਕਰਸ ਤੋਂ ਬਾਅਦ ਹੋਰ ਜਿਹੜੀਆਂ ਯੂਨੀਅਨਸ ਨੇ, ਹਸਪੀਟਲ ਯੂਨੀਅਨ ਵਗੈਰਾ, ਉਹਨਾਂ 'ਚ ਕੰਮ ਕਰਦੇ ਹੋਏ ਸੈਲਫ ਮੇਡ ਥੱਲਿਓਂ ਉੱਪਰ ਨੂੰ ਪੌੜੀਆਂ ਚੜ੍ਹਦੇ ਆਏ ਨੇ ਤੇ ਅੱਜ ਇਹ ਵਿਧਾਨ ਸਭਾ ਦੇ BC ਦੀ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਹਨ। ਰਾਜ ਚੌਹਾਨ ਜੀ ਆਇਆਂ ਨੂੰ। ਤੇ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਕੱਠੇ ਪੜ੍ਹਦੇ ਵੀ ਰਹੇ ਹਾਂ। ਹਰਜਿੰਦਰ, ਬਹੁਤ ਮੈਨੂੰ ਖੁਸ਼ੀ ਹੈ ਕਿ ਅੱਜ ਤੁਸੀਂ ਜਿਹੜਾ ਆਪਦਾ ਪ੍ਰੋਗਰਾਮ ਇੱਥੋਂ ਵਿਧਾਨ ਸਭਾ ਦੇ ਵਿੱਚੋਂ ਕਰ ਰਹੇ ਹੋ। ਮੇਰਾ ਖਿਆਲ ਇਹ ਹਿਸਟਰੀ ਵਿੱਚ ਪਹਿਲੀ ਵਾਰੀ ਇੱਕ ਸਾਊਥ ਏਸ਼ੀਅਨ ਰੇਡੀਓ ਪ੍ਰੋਗਰਾਮ ਇੱਥੋਂ ਪ੍ਰਸਾਰਿਤ ਕੀਤਾ ਜਾ ਰਿਹਾ। ਸੋ ਇਹ ਸਾਡੇ ਆਪਣੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਸੋ ਆਈ ਵਾਂਟ ਟੂ ਸੇ ਵੈਲਕਮ ਟੂ ਆਲ ਆਫ ਯੂ। ਤੁਹਾਡੀ ਟੀਮ ਨੂੰ ਜੀ ਆਇਆਂ ਨੂੰ। 87 ਤਾਂ MLA ਹੈ, 87 MLA ਹੈ ਤੇ ਬਾਕੀ ਦਾ ਜਿਹੜਾ ਅਮਲਾ ਫੈਲਾ ਸਾਰਾ, ਦੈਟਸ ਰਾਈਟ, ਇਹ ਸਾਰੇ ਕਾਰੋਬਾਰ ਨੂੰ ਚਲਾਉਣ ਲਈ ਉਹ ਆਪ ਦੇ ਅਧੀਨ। ਬਿਲਕੁਲ। ਉਹ 87 MLA ਤੋਂ ਬਿਨਾਂ 350 ਤੋਂ ਵੱਧ ਬੰਦਾ ਇੱਥੇ ਹੋਰ ਕੰਮ ਕਰਦਾ। ਬਿਲਡਿੰਗ 100 ਤੋਂ 123 ਸਾਲ ਪੁਰਾਣੀ। ਹਾਂਜੀ, ਇਹ ਤੁਸੀਂ ਦੇਖੋ ਅੱਜ ਇੱਥੇ ਬੈਠ ਕੇ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਬਿਲਡਿੰਗ ਹੈ। ਇਸ ਕਮਾਲ ਕੀਤੀ ਪਈ ਹੈ। ਇਸ ਜੋ ਪਬਲਿਕ ਆਉਂਦੇ ਕਈ ਵਾਰੀ ਜਦੋਂ ਉਹ ਬਾਹਰੋਂ ਉਹ ਫਰੰਟ ਤੇ ਟੂਰ ਹੁੰਦਾ, ਜਿਹੜਾ ਇਨਸਾਈਡ ਪੋਰਸ਼ਨ ਆ ਜਿੱਥੇ ਤੁਸੀਂ ਅੱਜ ਬੈਠੇ ਹੋ, ਇਟਸ ਵੈਰੀ ਲਿਮਿਟਿਡ ਐਕਸੈਸ ਹੈ ਆਮ ਪਬਲਿਕ ਦੇ ਵਿੱਚ। ਉਹ ਤੇ ਇਹਦੇ ਵਿੱਚ ਦੇਖੋ ਅਲੱਗ ਕਿੰਨਾ ਸੋਹਣਾ ਉਸ ਵਕਤ ਬਣਾਇਆ ਉਹਨਾਂ ਨੇ। 100 ਸਾਲ ਤੋਂ ਬਾਅਦ ਵੀ ਬਿਲਡਿੰਗ ਉਸ ਤਰ੍ਹਾਂ ਵਧੀਆ ਖੜੀ ਹੈ, ਫਸਟ ਕਲਾਸ। ਪਰ ਇਹ ਫਰਸਟ ਨੇਸ਼ਨਸ ਦੀ ਜ਼ਮੀਨ ਦੇ ਉੱਤੇ ਬਣੀ ਹੋਈ ਹੈ, ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ। ਹਾਂਜੀ, ਕਿਉਂਕਿ ਜਿਹੜੀ ਇਸ ਔਨ ਦ ਸੌਂਗੀਜ਼ ਟੈਰੀਟਰੀ, ਸੌਂਗੀਜ਼ ਐਂਡ ਸਕੁਆਇਰਮਾਲਟ ਆਰ ਟੂ ਨੇਸ਼ਨ ਜਿਹੜੇ ਇਸ ਏਰੀਏ ਦੇ ਵਿੱਚ ਨੇ ਉਹ। ਤੇ ਲੇਕਿਨ ਜਿਹੜੀ ਇਹ ਬਿਲਡਿੰਗ ਹੈ ਇਟ ਰਿਪਰੈਜ਼ੈਂਟਸ ਆਲ ਨੇਸ਼ਨ, ਜਿਹੜੇ BC ਦੇ ਵਿੱਚ ਜਿੰਨੇ ਵੀ ਨੇਸ਼ਨ ਫਸਟ ਨੇਸ਼ਨਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਕਿਉਂਕਿ ਜਦੋਂ ਹੁਣ ਇੱਥੇ ਅਸੀਂ ਦੇਖਿਆ ਪਿਛਲੇ 100 ਸਾਲ ਤੋਂ ਜਿਹੜਾ ਕੁਝ ਇੱਥੇ ਚੱਲ ਰਿਹਾ ਸੀਗਾ, ਉਹ ਜਿਹੜੇ ਨੇਟਿਵ ਸੀ ਫਸਟ ਨੇਸ਼ਨ ਇੰਡੀਜਨਸ ਪੀਪਲ, ਉਹਨਾਂ ਨੂੰ ਵੀ ਕੋਈ ਉਹਨਾਂ ਦੀ ਜਿਹੜੀ ਪਾਰਟੀਸਪੇਸ਼ਨ ਹਾਰਡਲੀ ਹੈ ਨਹੀਂ। ਤੁਸੀਂ ਤੁਰ ਫਿਰ ਕੇ ਦੇਖੋਗੇ ਉਹਨਾਂ ਦੀ ਇੱਥੇ ਕਿਸੇ ਕਿਸਮ ਦੀ ਪ੍ਰੈਜ਼ੈਂਸ ਵੀ ਹੈ ਨਹੀਂ ਗੀ। ਉਹ ਜਦੋਂ ਮੈਂ ਫਿਰ ਸਪੀਕਰ ਬਣਿਆ, ਦ ਫਸਟ ਥਿੰਗ ਆਈ ਡਿਡ, ਆਈ ਰੀਚਡ ਆਊਟ ਜਿਹੜੇ ਇਹਨਾਂ ਦੇ ਚੀਫ ਨੇ ਸੌਂਗੀ ਤੇ ਸਕੁਆਇਰਮਾਲਟ, ਵੀ ਮੈਨੂੰ ਆ ਕੇ ਤੁਸੀਂ ਦੱਸੋ, ਮੈਨੂੰ ਗਾਈਡ ਕਰੋ ਵੀ ਆਪਾਂ ਇਹਨੂੰ ਕਿਸ ਤਰੀਕੇ ਨਾਲ ਇੰਡੀਜਨਸ ਕਲਚਰ ਆ ਉਹਨੂੰ ਕਿਵੇਂ ਆਪਾਂ ਇੱਥੇ ਰਿਫਲੈਕਟ ਕਰ ਸਕਦੇ ਹਾਂ। ਸੋ ਵੀ ਵਰਕਿੰਗ ਔਨ ਦੈਟ। ਬਹੁਤ ਸਾਲ ਪਹਿਲਾਂ ਇੱਥੇ ਮੈਂ ਖਬਰਾਂ ਵੀ ਪ੍ਰਸਾਰਿਤ ਕੀਤੀਆਂ ਸੀ, ਕੁਝ ਮੁਰੈਲ ਸੀ ਜਿਹੜੇ ਨਿਰਵਸਤਰ ਫਸਟ ਨੇਸ਼ਨ ਦੀਆਂ ਔਰਤਾਂ ਕੰਮ ਕਰਦੀਆਂ ਦਿਖਾਏ ਗਏ ਸੀ। ਫਿਰ ਤੋਂ ਪਹਿਲਾਂ ਇੱਕ ਸਰਕਾਰ ਸੀ, ਉਹਨਾਂ ਨੇ ਉਹਦੇ ਤੇ ਤਰਪਾਲ ਪਵਾਤੀ ਸੀ। ਹੁਣ ਉਹਦਾ ਕੀ ਬਣਿਆ? ਹੁਣ ਅਸੀਂ ਪਰਮਾਨੈਂਟਲੀ
ਚੱਕ ਤੇ ਉਹ ਅੱਛਾ ਹੈ ਨਹੀਂ ਇੱਥੇ ਹੁਣ ਇਹੋ ਜਿਹਾ ਕੁਛ ਉਹ ਲੇਕਿਨ ਜਿਹੜੀ ਹੁਣ ਆਪਾਂ ਦੇਖਿਆ ਜਿਹੜੀ ਰੈਜ਼ੀਡੈਂਸ਼ੀਅਲ ਸਕੂਲ ਦੇ ਜਿਹੜੇ ਆਪਣੇ ਹੋਈਆਂ ਨੇ ਜਿਹੜੀਆਂ ਗ੍ਰੇਵਸ ਪਤਾ ਲੱਗੇ ਨੇ ਅਨਮਾਰਕਡ since then we are working very closely ਜਿਹੜੇ ਆਪਣੇ ਫਸਟ ਨੇਸ਼ਨ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਤਾਂ ਕਿ ਜਿਹੜੀ ਲੋਕਾਂ ਦੀ ਜਿਹੜੀ ਅਵੇਅਰਨੈਸ ਉਹਨੂੰ ਵਧਾਇਆ ਜਾਵੇ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਕੀ ਹੋਇਆ ਸੀ ਪਿਛਲੇ ਇੰਨੇ 100 ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਜੋ ਕੁਝ ਹੁੰਦਾ ਆ ਰਿਹਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਕੀਤਾ ਉਹਨੇ ਲੈਂਗੁਏਜ ਨੂੰ ਖਤਮ ਕਰ ਦਿੱਤਾ ਗਿਆ ਉਹਨਾਂ ਕਲਚਰ ਨੂੰ ਖਤਮ ਕਰ ਦਿੱਤਾ ਗਿਆ ਉਹ ਸਾਰਾ ਕੁਝ ਵੀ ਵਰਕਿੰਗ ਔਨ ਹੈ ਅੱਛਾ ਤੁਸੀਂ ਪਹਿਲਾਂ ਐਮਐਲਏ ਹੋ ਹੁਣ ਮੈਂ ਇਹ ਸਮਝਣਾ ਚਾਹੁੰਦਾ ਲੋਕ ਵੀ ਜਾਣਨਾ ਚਾਹਣਗੇ ਤੁਹਾਡੇ ਬਰਨਵੀ ਦੇ ਲੋਕ ਵੀ ਜਾਣਨਾ ਚਾਹਣਗੇ ਬਰਨਵੀ ਦੇ ਲੋਕਾਂ ਨੇ ਤਾਂ ਤੁਹਾਨੂੰ ਐਮਐਲਏ ਚੁਣਿਆ ਸੀ ਕਿ ਸਾਡੇ ਕੰਮ ਕਰੂਗਾ ਜਾ ਕੇ ਉੱਥੇ ਤੁਸੀਂ ਹੁਣ ਬਣ ਗਏ ਸਪੀਕਰ ਦੀਆਂ ਜ਼ਿੰਮੇਵਾਰੀਆਂ 350 ਬੰਦਾ ਤਾਂ ਇੱਥੇ ਲੁੱਕ ਆਫਟਰ ਕਰਨਾ 87 ਬੰਦੇ ਉਹ ਕਾਮਾ ਰੌਲੀ ਪਾਉਂਦੇ ਆ ਉਹਨਾਂ ਨੂੰ ਕਾਬੂ ਕਰਨਾ ਸੋ ਜਿਹੜੇ ਬਰਨਵੀ ਦੇ ਲੋਕਾਂ ਦੇ ਕੰਮ ਨੇ ਉਹ ਫਿਰ ਸਪੀਕਰ ਜਦੋਂ ਬਣ ਜਾਂਦਾ ਐਮਐਲਏ ਉਹ ਕਿਵੇਂ ਨਿਭਾਉਂਦਾ ਸਪੀਕਰ ਤਾਂ ਮੈਂ ਹੈਗਾ ਲੇਕਿਨ ਮੈਂ ਐਮਐਲਏ ਫਸਟ ਪਹਿਲਾਂ ਮੈਂ ਐਮਐਲਏ ਆ ਕਿ ਜਦੋਂ ਮੈਂ ਇੱਥੇ ਵਿਧਾਨ ਸਭਾ ਦੇ ਵਿੱਚ ਸੁਣਾ ਦੈਨ ਆਈ ਐਕਟ ਬਿਲਕੁਲ ਟੋਟਲੀ ਨਿਊਟਰਲ ਮੈਂ ਕੋਈ ਪਾਰਟੀਜ਼ਨ ਰੋਲ ਨਹੀਂ ਇੱਥੇ ਪਲੇ ਕਰਦਾ ਹੈਗਾ ਲੇਕਿਨ ਜਦੋਂ ਮੈਂ ਬਰਨਵੀ ਦੇ ਵਿੱਚ ਜਾਣਾ ਆਮ ਐਮਐਲਏ ਲਾਈਕ ਐਨੀਬਡੀ ਐਲਸ ਉਹਨਾਂ ਦੇ ਜਿਹੜੀਆਂ ਇਸ਼ੂਜ਼ ਨੇ ਕੰਸਰਨਸ ਨੇ ਜਿਹੜੇ ਉਹਨਾਂ ਦੇ ਟੌਪਿਕਸ ਨੇ ਉਹ ਮੇਰੇ ਆਫਿਸ ਦੇ ਵਿੱਚ ਲੈ ਕੇ ਆਉਂਦੇ ਨੇ ਚਾਹੇ ਉਹ ਹਾਊਸਿੰਗ ਦਾ ਹੋਵੇ ਚਾਹੇ ਸੀਨੀਅਰ ਸਿਟੀਜ਼ਨ ਦਾ ਹੋਵੇ ਚਾਹੇ ਸਕੂਲ ਦਾ ਐਜੂਕੇਸ਼ਨ ਕੁਝ ਵੀ ਹੋਵੇ ਵੀ ਡੀਲ ਵਿਦ ਇਟ ਮੈਂ ਜਾ ਕੇ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਇਵੈਂਟ ਹੁੰਦੇ ਨੇ ਉਹਨਾਂ ਪਾਰਟਿਸਿਪੇਟ ਵੀ ਕਰਨਾ ਲੋਕਾਂ ਨੂੰ ਮਿਲਦਾ ਵੀ ਆ ਸਾਰਾ ਕੁਝ ਦੱਸੀਦਾ ਉਹਨਾਂ ਨੂੰ ਉਹ ਸੋ ਆਈ ਪਲੇ ਡਬਲ ਰੋਲ ਤੇ ਇੱਥੇ ਇਹ ਜਦੋਂ ਸੈਸ਼ਨ ਬੈਠਦਾ ਤੁਸੀਂ ਉਦੋਂ ਹੀ ਫਿਰ ਇੱਥੇ ਕੰਮ ਕਰਦੇ ਜਦੋਂ ਸੈਸ਼ਨ ਆਨ ਹੁੰਦਾ ਉਦੋਂ ਮੈਂ ਇੱਥੇ ਐਵਰੀ ਵੀਕ ਸੰਡੇ ਨਾਈਟ ਆ ਕੇ ਥਰਸਡੇ ਨਾਈਟ ਤੱਕ ਇੱਥੇ ਰਹੀਦਾ ਲੇਕਿਨ ਐਜ਼ ਅ ਸਪੀਕਰ ਆਈ ਕਮ ਆਲਮੋਸਟ ਐਵਰੀ ਵੀਕ ਈਵਨ ਚਾਹੇ ਸੈਸ਼ਨ ਨਹੀਂ ਵੀ ਚੱਲਦਾ ਹੈਗਾ ਅੱਛਾ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਵੀ ਦੇਖੇ ਹੋਰ ਯੂਪੀ ਦੇ ਵੀ ਅੱਜ ਮੈਂ ਸਵੇਰ ਸਾਹਿਬ ਦੇਖਿਆ ਤੁਸੀਂ ਬੈਗ ਲੈ ਕੇ ਸਾਈਡ ਵਾਕ ਤੇ ਤੁਰੇ ਜਾ ਰਹੇ ਸੀ ਇਕੱਲੇ ਕੰਮ ਤੇ ਜਾ ਰਹੇ ਸੀ ਜਾਂ ਸੈਰ ਕਰ ਰਹੇ ਸੀ ਕੋਈ ਸਿਕਿਉਰਿਟੀ ਵਗੈਰਾ ਨਹੀਂ ਸਿਕਿਉਰਿਟੀ ਬਸ ਲੋਕ ਹੀ ਨੇ ਆਪਣੇ ਨੋ ਇਟਸ ਜਿਹੜੀ ਇਸ ਬਿਲਡਿੰਗ ਦੀ ਸਿਕਿਉਰਿਟੀ ਇਜ਼ ਵੈਰੀ ਸਟ੍ਰਿਕਟ ਸਾਰਾ ਕੁਝ ਟੂ ਪ੍ਰੋਟੈਕਟ ਸਾਰਾ ਲੇਕਿਨ ਪਬਲਿਕ ਦੇ ਵਿੱਚ ਆਈ ਨੈਵਰ ਇਵਨ ਫੈਲਟ ਕਿ ਮੈਨੂੰ ਇੱਕ ਸੈਕਿੰਡ ਲਈ ਵੀ ਕੋਈ ਸਿਕਿਉਰਿਟੀ ਚਾਹੀਦੀ ਹੈ ਕਿ ਮੈਂ ਨਹੀਂ ਵੀ ਸਾਰੇ ਐਮਐਲਏ ਯੂ ਨੋ ਦੇ ਪਾਰਟਿਸਿਪੇਟ ਇਨ ਪਬਲਿਕ ਇਵੈਂਟਸ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਹੈਗੀ ਸਿਰਫ ਆਪਣੇ ਪ੍ਰੀਮੀਅਰ ਦੀ ਸਿਕਿਉਰਿਟੀ ਡਿਟੇਲ ਹੁੰਦੀ ਹੈ ਲੇਕਿਨ ਨੋਬਡੀ ਐਲਸ ਨਾ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ ਹੁਣ ਆਪਾਂ ਪੰਜਾਬ 'ਚ ਵੀ ਗਏ ਆ ਕਈ ਵਾਰੀ ਜਾਂਦੇ ਉੱਥੇ ਪੜ੍ਹੇ ਲਿਖੇ ਆ ਉੱਥੇ ਆਏ ਆ ਉੱਥੇ ਇੱਕ ਐਮਐਲਏ ਦੇ ਮਗਰ 15 20 ਜਿਹੜੇ ਪੁਲਿਸ ਵਾਲੇ ਹਨ ਜਿਹੜੀਆਂ ਕਾਰਾਂ ਤੁਰੀਆਂ ਫਿਰਦੀਆਂ ਨੇ ਉਹ ਲਾਸਟ ਟਾਈਮ ਆਈ ਵਾਸ देयर ਬਟ 2 years ago ਉਹ ਮੈਨੂੰ ਉਹ ਆਪਣੇ ਇੱਕ ਦੋ ਐਮਐਲਏ ਮਿਲੇ ਤੇ ਸਾਰੇ ਉਹ ਮੈਂ ਕਿਹਾ ਯਾਰ ਆ ਤਾਂ ਤੁਹਾਨੂੰ ਦੇਖ ਕੇ ਡਰ ਲੱਗਦਾ ਅੱਛਾ ਰਾਜਹਾਨ ਸਾਹਿਬ ਇਹ ਦੱਸੋ ਸਾਨੂੰ ਵੀ ਤੇ ਅੱਜ ਕੁਐਸਚਨ ਪੀਰੀਅਡ ਹੋਊਗਾ ਕਿ ਮੈਂ ਚਾਹੁੰਦਾ ਸਾਡੇ ਸੁਣਨ ਵਾਲੇ ਸੁਣ ਸਕਣ ਵੇਖ ਸਕਣ ਵੀ ਕੁਐਸਚਨ ਪੀਰੀਅਡ 'ਚ ਝਪਟਾਂ ਕਿਵੇਂ ਪੈਂਦੀਆਂ ਜਿਹੜੀਆਂ ਆਪਣੀਆਂ ਇੱਥੇ ਝਪਟਾਂ ਹੋਈਆਂ ਨੇ ਉਹ ਤੁਹਾਨੂੰ ਸ਼ਾਇਦ ਉਹਨੀਆਂ ਝਪਟਾਂ ਨਾ ਦੇਖਣ ਜਿੰਨੀਆਂ ਕਿ ਤੁਸੀਂ ਇੰਡੀਆ ਜਾਂ ਇੰਡੋਨੇਸ਼ੀਆ ਜਾਂ ਕਿ ਹੋਰ ਕੰਟਰੀਆਂ ਵਿੱਚ ਹੁੰਦੀਆਂ ਨੇ ਹੁਣ ਝਪਟਾਂ ਜ਼ਰੂਰ ਹੁੰਦੀਆਂ ਨੇ ਪਰ ਸਿਵਲਾਈਜ਼ਡ ਤਰੀਕੇ ਨਾਲ ਹੋਣਗੀਆਂ ਉਹ ਸੋ ਆਈ ਐਮ ਯੂ ਆਰ ਮੋਸਟ ਵੈਲਕਮ ਦੇਖੋ ਸਾਰੇ ਉਹ ਸਾਰੇ ਆਪਣੇ ਜਿਹੜੀ ਪਬਲਿਕ ਹੈ ਮੇ ਵੀ ਦੇ ਕੈਨ ਆਲਸੋ ਵਾਚ ਮੈਂ ਸਮਝਦਾ ਵੀ ਤੁਸੀਂ ਕਿਹਾ ਵੀ ਸਭਿਅਕ ਬੰਦੇ ਆ ਸਿਵਲਾਈਜ਼ਡ ਤਰੀਕੇ ਨਾਲ ਗੱਲ ਹੁੰਦੀ ਹੈ ਜੇ ਖੁਦਾ ਨਾ ਖਾਸਤਾ ਕੋਈ ਐਮਐਲਏ ਜਾਂ ਕੋਈ ਮੈਂਬਰ ਦੂਏ ਦੇ ਗੱਲ ਪੈਂਦਾ ਔਰ ਉੱਥੇ ਹੱਥ ਹੂਤ ਕਰਨ ਲੱਗਦਾ ਮੇਰੇ ਖਿਆਲ ਸਪੀਕਰ ਕੋਲੇ ਪਾਵਰ ਹੈਗੀ ਫਿਰ ਚੁਕਵਾ ਦਿੰਦੇ ਹੋ ਸਪੀਕਰ ਕੋਲੇ ਬਿਲਕੁਲ ਟੋਟਲ ਪਾਵਰ ਆ ਕਿਉਂਕਿ ਜਿਹੜੀ ਵੀ ਕਿਸੇ ਨੇ ਬੋਲਣਾ ਉਹ ਸਪੀਕਰ ਦੇ ਪਰਮਿਸ਼ਨ ਤੋਂ ਬਿਨਾਂ ਨਹੀਂ ਬੋਲ ਸਕਦੇ ਜੇ ਉਹ ਉਹਦੇ ਸਪੀਕਰ ਦੀ ਜਿਹੜੀਆਂ ਗਾਈਡੈਂਸ ਨੇ ਜਾਂ ਉਹਨਾਂ ਦੇ ਆਰਡਰ ਨੂੰ ਨਹੀਂ ਮੰਨਦੇ ਤਾਂ ਫਿਰ ਉਹਨਾਂ ਨੂੰ ਕਿਕ ਆਊਟ ਕੀਤਾ ਜਾ ਸਕਦਾ ਉੱਥੇ ਖੜੀ ਹੁੰਦੀ ਹੈ ਪੁਲਿਸ ਉੱਥੇ ਹੁੰਦੇ ਨੇ ਕਦੇ ਚੁਕਵਾਇਆ ਕੋਈ ਇੱਕ ਵਾਰੀ ਹੋਇਆ ਸੀ ਬਹੁਤ ਦੇਰ ਪਹਿਲਾਂ ਜਦੋਂ ਡੇਵ ਬੈਰੇਟ ਹੁੰਦੇ ਸੀ ਆਪੋਜੀਸ਼ਨ ਦੇ ਵਿੱਚ ਉਹਨਾਂ ਦਾ ਹੋਇਆ ਸੀਗਾ ਤੇ ਜਦੋਂ ਮੈਂ ਡਿਪਟੀ ਸਪੀਕਰ ਸੀ ਉਦੋਂ ਹੋਇਆ ਸੀਗਾ ਬਿਲ ਬੈਨਟ ਦੇ ਨਾਲ ਅੱਛਾ ਮੈਂ ਚੇਅਰ ਦੇ ਵਿੱਚ ਸੀ ਤਾਂ ਜਿਹੜੇ ਆਪਣੇ ਮਿਨਿਸਟਰ ਸੀਗੇ ਬਿਲ ਬੈਨਟ ਤੇ ਉਹਨਾਂ ਦਾ ਤੇ ਜਿਹੜੇ ਸਾਡੇ ਆਪੋਜੀਸ਼ਨ ਦੇ ਮੈਂਬਰ ਸੀਗੇ ਨੋਰਮ ਮੈਕਡੋਨਲਡ ਆਪਸ ਵਿੱਚ ਹੀ ਉਹਨਾਂ ਦਾ ਤਕਰਾਰ ਹੋਈ ਕੋਈ ਉੱਥੇ ਬੈਠ ਕੇ so they were even not on the agenda to talk but they were doing it so as a speaker I was in the chair ਮੈਂ ਸੁਣ ਲਿਆ ਉਹ
ਸੋ ਉਹਨਾਂ ਦੀ ਜਿਹੜੀ ਸੀ ਲੈਂਗੁਏਜ ਵੀ ਬੜੀ ਗਾਲਾਂ ਕੱਢਦੇ ਸੀ। that was not very acceptable. ਸੋ ਮੈਂ ਉਹਨਾਂ ਦੋਹਾਂ ਨੂੰ ਕਿਹਾ ਵੀ ਡਰਾ ਕਰੋ। ਜਿਹੜੇ ਬਿਲ ਬੈਨਰ ਸੀਗੇ ਉਹ ਕਹਿੰਦੇ no, he's like they were trying to argue, no, I don't want to. Then he took off. ਉਹ ਬਾਹਰ ਚਲੇ ਗਿਆ ਨਾ। ਤੇ ਉਹਨਾਂ ਨੂੰ ਲੱਗਿਆ ਵੀ ਜਦੋਂ ਮੈਂ ਮੁੜ ਕੇ ਆਉਣਾ ਉਦੋਂ ਸਪੀਕਰ ਦੀ ਜਿਹੜਾ ਹੈਗਾ ਸੈਸ਼ਨ ਮੁੱਕ ਜਾਣਾ ਵੀ ਨਵਾਂ ਕੋਈ ਹੋਰ ਆ ਜਾਊਗਾ। So I was still there. When he came back, I forced him to withdraw and apologize to the whole. ਵਿਕਰਮ ਬਣਿਆ ਰਿਹਾ। Yeah, that's right. So ਤੁਹਾਡੇ ਮੀਡੀਆ ਵਾਲਿਆਂ ਨੇ ਵੀ ਉਹਨੂੰ ਕਾਫੀ ਫਿਰ ਕਵਰ ਕੀਤਾ ਸੀ ਉਸ ਵਕਤ। ਅਖੀਰ ਦੇ ਵਿੱਚ ਤੁਸੀਂ ਬਰਨਵੀ ਦੇ ਲੋਕਾਂ ਨੂੰ ਜਾਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ? ਮੈਂ ਹਰਜਿੰਦਰ ਜੀ ਇਹੀ ਕਹਿਣਾ ਕਿ ਮੈਂ ਸਾਰਿਆਂ ਦਾ ਆਪਦੇ ਜਿਹਨਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੇਰੇ ਵਿੱਚ ਜਿਹੜਾ ਟਰਸਟ ਦਿੱਤਾ ਮੈਨੂੰ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ। ਜਦੋਂ ਹੁਣ ਆਪਾਂ ਦੇਖਿਆ 1970s ਦੇ ਵਿੱਚ 80 ਦੇ ਵਿੱਚ ਫਾਰਮ ਵਰਕਰਸ ਯੂਨੀਅਨ ਬਣਾਈ ਸੀਗੀ, ਲਾਈਕ ਸੋ ਡਿਫਿਕਲਟ, ਹਜੇ ਵੀ ਉਹਨਾਂ ਨਾਲ ਜਿਹੜਾ ਧੱਕਾ ਹੋ ਰਿਹਾ ਫਾਰਮ ਵਰਕਰਾਂ ਨਾਲ ਮਜ਼ਦੂਰਾਂ ਨਾਲ ਉਹ ਚੱਲ ਰਿਹਾ। ਸੋ ਅੱਜ ਤੁਸੀਂ ਮੇਰੇ ਪ੍ਰੋਗਰਾਮ ਤੋਂ ਮਗਰੋਂ ਆਫਿਸ ਦੇ ਵਿੱਚ ਆਇਆ, ਤੁਹਾਨੂੰ ਮੈਂ ਦਿਖਾਉਂ ਉੱਥੇ ਜਿਹੜੀ ਮੇਰੀਆਂ ਫੋਟੋਆਂ ਲਾਈਆਂ ਹੋਈਆਂ ਨੇ ਹਜੇ ਵੀ ਫਾਰਮ ਵਰਕਰਾਂ ਦੀਆਂ। ਤੇ ਕਿਉਂਕਿ ਜੇ ਸਾਨੂੰ ਆਪਣੇ ਰੂਟਸ ਨਹੀਂ ਭੁੱਲਣੇ ਚਾਹੀਦੇ। That's where I come from, that's what I represent. ਉਹ ਲੋਕਾਂ ਦਾ ਪਿਆਰ ਇਸ ਤਰ੍ਹਾਂ ਮਿਲਦਾ ਰਹੇ, ਉਹਦੇ ਨਾਲ ਫਿਰ ਥੋੜੀ ਜਿਹੜੀ ਜੌਬ ਈਜ਼ੀ ਹੋ ਜਾਂਦੀ ਹੈ, ਰਿਪਰੈਜ਼ੈਂਟੇਸ਼ਨ ਕਰਨੀ ਈਜ਼ੀ ਹੋ ਜਾਂਦੀ ਹੈ। ਸੋ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ, ਆਪਣੀ ਸਾਰੀ ਸਮੁੱਚੀ ਕਮਿਊਨਿਟੀ ਦਾ, ਖਾਸ ਕਰਕੇ ਮੇਰੇ ਜਿਹੜੇ ਹੈਗੇ ਨੇ ਸਾਊਥ ਏਸ਼ੀਅਨ ਭੈਣ ਭਰਾ, ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡੇ ਪ੍ਰੋਗਰਾਮ ਦੇ ਬਹੁਤ ਬਹੁਤ ਵਧਾਈ ਦੇਣੀ ਮੰਗਦਾ। ਥੈਂਕ ਯੂ। You are the most listened to radio station, I think, South Asian in North America, maybe everywhere else, I don't know. ਪਰ ਇੱਥੇ ਜਿਹੜੀ ਹੈਗੀ ਤੁਹਾਡੀ ਜਿਹੜੀ presence ਆ is felt everywhere. So congratulations. ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਫਿਰ ਵੀ ਤੁਹਾਡੇ ਨਾਲ ਗੱਲਬਾਤ ਹੋਏਗੀ। Thank you. ਥੈਂਕਸ। Red FM